Hello students, hope you all are well and staying safe and healthy at home. Students, in this COVID-19 period, we must take some safety precautions to avoid this disease. We must wash our hands for at least 20 seconds, use sanitizers, wearing the mask and keeping the social distancing. So, let's start with our next chapter, that is plastics. ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਦੇਖ ਲੈਂਦੇ ਹਾਂ ਕਿ ਪਲਾਸਟਿਕਸ ਹੁੰਦਾ ਕੀ ਹੈ। The word plastic is derived from Greek word plastikos, meaning capable of being shaped or molded. So plastics ਜਿਹੜਾ word ਹੈ ਇੱਕ Greek word ਤੋਂ ਮਿਲਿਆ ਜਿਹੜਾ plastikos ਹੈ, ਜਿਹਦਾ ਮਤਲਬ ਸੀਗਾ ਕਿ capable of being shaped or molded, ਕਿ ਮਟੀਰੀਅਲ ਨੂੰ ਤੁਸੀਂ ਸ਼ੇਪ ਦੇ ਸਕਦੇ ਹੋ ਜਾਂ ਉਸ ਮਟੀਰੀਅਲ ਨੂੰ ਤੁਸੀਂ ਮੋਲਡ ਕਰ ਸਕਦੇ ਹੋ, ਕੋਈ ਵੀ ਆਪਣੇ ਅਕੋਰਡਿੰਗ ਸ਼ੇਪ ਬਣਾ ਸਕਦੇ ਹੋ ਜਿਹਦੀ ਤੁਸੀਂ ਐਪਲੀਕੇਸ਼ਨ ਲੈਣੀ ਹੈ, ਜਿੱਦਾਂ ਦੇ ਪ੍ਰੋਡਕਟ ਨੂੰ ਤੁਸੀਂ ਯੂਜ਼ ਕਰਨਾ ਉੱਦਾਂ ਦੀ ਸ਼ੇਪ ਤੁਸੀਂ ਉਹਨੂੰ मोल्ड करके बना सकते हो. These are the materials either synthetic or naturally occurring. Plastics ਜਿਹੜੇ materials ਹੈ ਜਾਂ ਤਾਂ naturally ਸਾਡੇ ਕੋਲ available ਹੁੰਦੇ ਹੈ ਜਾਂ ਆਪਾਂ ਇਹਨੂੰ artificial ਤਰੀਕੇ ਦੇ ਨਾਲ ਵੀ ਬਣਾ ਸਕਦੇ ਹਾਂ. Shaped when soft and then hardened to regain the shape. ਜਦੋਂ ਆਪਾਂ ਇਹਨੂੰ ਸ਼ੇਪ ਦਿੰਨੇ ਆ ਉਸ ਵੇਲੇ ਸੌਫਟ ਹੁੰਦੇ ਆ, ਜਦੋਂ ਆਪਾਂ ਹੀਟਿੰਗ ਕਰਦੇ ਆ ਉਸ ਵੇਲੇ ਸੌਫਟ ਹੁੰਦੇ ਆ ਔਰ ਬਾਅਦ ਦੇ ਵਿੱਚ ਇਹ ਹਾਰਡ ਹੋ ਜਾਂਦੇ ਆ, ਆਪਣੀ ਸ਼ੇਪ ਨੂੰ ਲੈ ਲੈਂਦੇ ਆ. सोर्सिज ऑफ प्लास्टिक्स देख लेने हैं. प्लास्टिक सानू प्लांट्स तो मिल जाता, सैलूलोज नू आप एक्सट्रैक्ट करते हैं, ट्रीज होंगे है, लैटेक्स, एम्बर एंड रेजिन कैन बी एक्सट्रैक्टेड फ्रॉम द ट्रीज. एनिमल्स तो प्लास्टिक का सोर्स अवेलेबल है, हॉर्न एंड मिल्क. उस तो बाद इंसैक्ट्स के शैलक तो दैट कैन बी ऑबटेन्ड. ਜਾਂ ਸਿੰਥੈਟਿਕ ਪਲਾਸਟਿਕਸ ਜਿਹੜੇ ਕਿ ਆਪਾਂ ਆਰਟੀਫਿਸ਼ੀਅਲ ਪਲਾਸਟਿਕਸ ਵੀ ਕਹਿੰਦੇ ਆ, ਕੋਲ ਹੋ ਗਿਆ, ਨੈਚੁਰਲ ਗੈਸ ਹੋ ਗਈ ਜਾਂ ਕਰੂਡ ਆਇਲ ਹੋ ਗਿਆ, ਇਹਨਾਂ ਤੋਂ ਵੀ ਅਸੀਂ ਪਲਾਸਟਿਕਸ ਨੂੰ ਬਣਾ ਸਕਦੇ ਹਾਂ. ਸੋ ਅਲੱਗ-ਅਲੱਗ ਸੋਰਸਿਸ ਆਫ ਪਲਾਸਟਿਕਸ ਹੈ. ਕਿਹੜਾ ਪਲਾਸਟਿਕ ਦੀ ਫਾਰਮ ਨੂੰ ਆਪਾਂ ਯੂਜ਼ ਕਰਾਂਗੇ ਉਹ ਡਿਪੈਂਡ ਕਰੇਗਾ ਆਪਾਂ ਕਿਸ ਚੀਜ਼ ਤੋਂ ਉਹਦੀ ਐਕਸਟ੍ਰੈਕਸ਼ਨ ਕਰਨੀ ਹੈ. ਸੋ ਇਹ ਕੁਝ ਪਲਾਸਟਿਕਸ ਆਪਾਂ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ. ਕੁਝ ਪਲਾਸਟਿਕਸ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਰੀਸਾਈਕਲ ਕਰ ਸਕਦੇ ਹਾਂ, ਕੁਝ ਪਲਾਸਟਿਕਸ ਇੱਦਾਂ ਦੇ ਆ ਜਿਨ੍ਹਾਂ ਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ. ਔਰ ਜਿੱਦਾਂ ਸੌਫਟ ਡਰਿੰਕ ਬੋਟਲਸ ਹੈ, ਵਾਟਰ ਬੋਟਲਸ ਹੈ, ਦੈਨ ਇਜ਼ ਯੋਰ ਵੈਜੀਟੇਬਲ ਆਇਲ ਬੋਟਲਸ, ਇਹ ਕੁਛ ਇੱਦਾਂ ਦੇ ਪਲਾਸਟਿਕਸ ਹੈ, ਦੋਜ਼ ਕੈਨ ਬੀ ਰੀਸਾਈਕਲੇਬਲ. ਆਪਾਂ ਰੀਸਾਈਕਲ ਕਰਕੇ ਆਪਾਂ ਇਹਨੂੰ ਰੀਯੂਜ਼ ਕਰ ਸਕਦੇ ਹਾਂ. ਮਿਲਕ ਜਗਸ, ਜੂਸ ਬੋਟਲਸ, ਬਟਰ ਟਬਸ, ਯੋਗਰਟ ਟਬਸ, ਇਹ ਵੀ ਸਾਰੇ ਸ਼ੈਂਪੂ ਬੋਟਲਸ, ਇਹ ਵੀ ਸਾਰੇ ਪਲਾਸਟਿਕਸ ਨੂੰ ਰੀਯੂਜ਼ ਆਪਾਂ ਕਰ ਸਕਦੇ ਹਾਂ. ਮੀਨਸ ਆਪਾਂ ਇਹਨਾਂ ਪਲਾਸਟਿਕਸ ਦੀ ਰੀਸਾਈਕਲਿੰਗ ਕਰ ਸਕਦੇ ਹਾਂ. ਕੁਛ ਇੱਦਾਂ ਦੇ ਪਲਾਸਟਿਕਸ ਵੀ ਹੈ ਜਿਨ੍ਹਾਂ ਦੀ ਰੀਸਾਈਕਲਿੰਗ ਆਪਾਂ ਨਹੀਂ ਕਰ ਸਕਦੇ, ਜਿੱਦਾਂ ਪਾਈਪ ਫਿਟਿੰਗਸ ਹੋ ਗਈਆਂ, ਫਲੋਰਿੰਗ ਹੋ ਗਈ, ਸ਼ਾਵਰ ਕਰਟਨਸ, ਚਿਲਡਰਨ ਟॉयज, ਫੈਂਸਿੰਗ, ਇਹ ਪਲਾਸਟਿਕਸ ਹੈ ਜਿਨ੍ਹਾਂ ਦੀ ਰੀਸਾਈਕਲਿੰਗ ਨਹੀਂ ਹੋ ਸਕਦੀ. ਦੈਨ ਇਜ਼ ਯੋਰ ਬ੍ਰੈਡ ਬੈਗਸ, ਫਰੋਜ਼ਨ ਫੂਡ ਬੈਗਸ, ਵਾਸ਼ ਬੋਟਲਸ, ਡਿਸਪੈਂਸਿੰਗ ਬੋਟਲਸ, ਇਹ ਵੀ ਪਲਾਸਟਿਕਸ ਹੈ. ਡਰਾਈ ਕਲੀਨਿੰਗ ਬੈਗਸ, ਪਲਾਸਟਿਕਸ ਜਿਨ੍ਹਾਂ ਦੀ ਆਪਾਂ ਰੀਸਾਈਕਲਿੰਗ ਕਰ ਸਕਦੇ ਹਾਂ. ਮੈਡੀਸਿਨ ਬੋਟਲਸ, syrup bottles, then is your ketchup bottles. These are all kind of plastics which can be recycled. और कुछ disposable plates, disposable cutlery, meat trays, eggs, headlight lenses, ये कुछ इदा दे plastics है जिन्हां नूं आपां recycle या reuse नहीं किया जा सकता. So actually काफ़ी सारा दी plastics दी form आपां mold करके बनाने हैं, अलग अलग तरह दी आपां shape बनाने हैं. ਪਲਾਸਟਿਕਸ ਤੇ ਡਿਪੈਂਡ ਕਰੇਗਾ ਆਪਾਂ ਸਟਰੈਂਥ ਕਿਤੇ ਸਾਨੂੰ ਜ਼ਿਆਦਾ ਚਾਹੀਦੀ ਹੈ, ਕਿਤੇ ਸਾਨੂੰ ਸਟਰੈਂਥ ਘੱਟ ਚਾਹੀਦੀ ਹੈ, ਕਿਤੇ ਸਾਨੂੰ ਪਲਾਸਟਿਕ ਦੀ ਇੱਦਾਂ ਦੀ ਐਪਲੀਕੇਸ਼ਨ ਚਾਹੀਦੀ ਹੈ ਕਿ ਉਹ ਫੋਰਸ ਨੂੰ, ਲੋਡ ਨੂੰ ਬੀਅਰ ਕਰ ਸਕੇ, ਕਿਤੇ ਪਲਾਸਟਿਕ ਦੀ ਐਪਲੀਕੇਸ਼ਨ ਇੱਦਾਂ ਦੀ ਚਾਹੀਦੀ ਹੈ ਕਿ ਉਹਦੇ ਉੱਪਰ ਫੋਰਸਿਸ ਦਾ ਜ਼ਿਆਦਾ ਇਫੈਕਟ ਨਹੀਂ ਹੈਗਾ, ਪਰ ਉਹਦੇ ਉੱਪਰ ਕੀ ਹੈ ਸਾਨੂੰ ਆਪਾਂ ਫੂਡ ਗ੍ਰੇਡਸ ਦੇ ਵਿੱਚ ਆਪਾਂ ਉਹਨੂੰ ਯੂਜ਼ ਕਰਦੇ ਹਾਂ ਤਾਂ ਉੱਥੇ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿ ਕਿਹੜੇ ਪਲਾਸਟਿਕਸ ਦੀ ਫਾਰਮ ਨੂੰ ਆਪਾਂ ਯੂਜ਼ ਕਰ ਸਕੀਏ. Properties of plastics है. Plastics are light in weight materials having the low thermal conductivity और ਇਹਦੇ ਵਿੱਚ corrosion resistance property ਹੁੰਦੀ ਹੈ plastics ਦੇ ਵਿੱਚ. ਇਸੇ ਕਰਕੇ ਆਪਾਂ ਇਹਨੂੰ maximum ਅੱਜਕੱਲ use ਕਰ ਰਹੇ ਹਾਂ, being the lighter in weight, corrosion resistant property और lower in thermal conductivity. आप ये industrial applications बहुत ज़्यादा increase हो गई हैं with time. Equally transparent to glass but less brittle. Equally transparent as the glass but this is less brittle as compared to glass. और बहुत सारे कलर्स और अपीयरेंस ਦੇ ਵਿੱਚ प्लास्टिक ਸਾਡੇ ਕੋਲ अवेलेबल है. Wide choice of appearance and colors. Strength is increased by reinforcement.
ਜਿਹੜਾ ਆਪਾਂ ਪਲਾਸਟਿਕਸ ਅਵੇਲੇਬਲ ਹੁੰਦੇ ਆ ਸਾਡੇ ਕੋਲ ਨੈਚੁਰਲੀ ਜਾਂ ਆਪਾਂ ਆਰਟੀਫੀਸ਼ੀਅਲ ਪਲਾਸਟਿਕਸ ਵੀ ਬਣਾਉਂਦੇ ਆ, ਅਸੀਂ ਉਹਨਾਂ ਦੀ ਸਟਰੈਂਥ ਨੂੰ ਇਨਕਰੀਜ਼ ਵੀ ਕਰ ਸਕਦੇ ਹਾਂ ਬਾਈ ਰੀਇਨਫੋਰਸਮੈਂਟ। ਅਸੀਂ ਕਿਸੇ ਹੋਰ ਮਟੀਰੀਅਲ ਦੀ ਰੀਇਨਫੋਰਸਮੈਂਟ, ਕਿਸੇ ਹੋਰ ਮਟੀਰੀਅਲ ਦੇ ਪਾਰਟੀਕਲਸ ਦੀ ਰੀਇਨਫੋਰਸਮੈਂਟ ਕਰ ਦਿੰਦੇ ਆ ਸਟਰੈਂਥ ਨੂੰ ਇਨਕਰੀਜ਼ ਕਰਨ ਦੇ ਵਾਸਤੇ। Plastics are mostly good resistance to acid, base, salt and moisture. So acid ਨੂੰ, salt ਨੂੰ, moisture ਨੂੰ, environmental conditions ਨੂੰ, they are good resistant and excellent fabrication properties. Fabrication properties ਦੀ ਵਜ੍ਹਾ ਦੇ ਨਾਲ ਹੀ plastics ਦੀ ਜੋ applications ਹੈ ਬਹੁਤ ਜ਼ਿਆਦਾ increase ਕਰ ਗਈਆਂ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਤਕਰੀਬਨ ਹਰ ਇੱਕ ਸੈਕਟਰ ਦੇ ਵਿੱਚ plastics ਦਾ ਬਹੁਤ ਜ਼ਿਆਦਾ ਰੋਲ ਹੈ। ਪਹਿਲੇ ਜਿੱਥੇ ਆਟੋਮੋਬਾਈਲ ਸੈਕਟਰ ਦੇ ਵਿੱਚ ਪਲਾਸਟਿਕਸ ਦਾ ਕੋਈ ਰੋਲ ਨਹੀਂ ਸੀਗਾ, ਆਪਾਂ ਇੱਕ ਡੇਲੀ ਲਾਈਫ ਦੇ ਵਿੱਚ ਦੇਖ ਲਈਏ ਕਿ ਆਟੋਮੋਬਾਈਲ ਸੈਕਟਰ ਦੇ ਵਿੱਚ ਵੀ ਜੋ ਬੋਡੀਜ਼ ਆ ਰਹੀਆਂ, ਜੋ ਬੰਪਰਸ ਆ ਰਹੇ ਹੈ, ਕਾਰ ਦੇ ਬੰਪਰਸ ਆ ਰਹੇ ਆ, ਜੋ ਹੋਰ ਵੀ ਆਟੋਮੋਬਾਈਲ ਦੇ ਕਾਫੀ ਸਾਰੇ ਪਾਰਟਸ ਹੈ ਜਿਹਦੇ ਵਿੱਚ ਪਲਾਸਟਿਕਸ ਦਾ ਬਹੁਤ ਜ਼ਿਆਦਾ ਰੋਲ ਹੈ, ਕਿਉਂਕਿ ਅਸੀਂ ਸਟਰੈਂਥ ਨੂੰ ਇਨਕਰੀਜ਼ ਕਰਕੇ, ਪਾਰਟੀਕਲਸ ਦੀ ਰੀਇਨਫੋਰਸਮੈਂਟ ਕਰਕੇ ਅਸੀਂ ਮਟੀਰੀਅਲ ਨੂੰ ਤਿਆਰ ਕਰ ਲਿਆ ਕਿ ਜਿਹੜਾ ਸਾਨੂੰ ਦੂਸਰੇ ਮਟੀਰੀਅਲਸ ਦੇ ਕੰਪੈਰੀਟਿਵਲੀ ਸਸਤਾ ਪਏਗਾ, ਲਾਈਟ ਇਨ ਵੇਟ ਹੋਏਗਾ, ਔਰ ਆਪਾਂ ਕੀ ਹੈ ਉਹਨਾਂ ਮਟੀਰੀਅਲਸ ਦਾ ਰੀਯੂਜ਼ ਵੀ ਕਰ ਸਕਦੇ ਹਾਂ। ਕੁਝ ਪਲਾਸਟਿਕਸ ਰੀਸਾਈਕਲੇਬਲ ਵੀ ਹੁੰਦੇ ਆ, ਇਸ ਕਰਕੇ ਫੈਬਰੀਕੇਸ਼ਨ ਪ੍ਰੋਪਰਟੀਜ਼ ਅੱਛੀਆਂ ਆਉਂਦੀਆਂ, ਇਸ ਕਰਕੇ ਆਪਾਂ ਪਲਾਸਟਿਕਸ ਨੂੰ ਯੂਜ਼ ਕਰਦੇ ਹਾਂ ਮੈਕਸਿਮਮ। ਦੋ ਤਰ੍ਹਾਂ ਦੇ ਸਾਡੇ ਕੋਲ ਪਲਾਸਟਿਕ ਮਟੀਰੀਅਲਸ ਹੈ, ਵਨ ਇਜ਼ ਦਾ ਥਰਮੋਪਲਾਸਟਿਕ ਮਟੀਰੀਅਲਸ ਐਂਡ ਅਨਦਰ ਵਨ ਇਜ਼ ਦਾ ਥਰਮੋਸੈਟਿੰਗ ਪਲਾਸਟਿਕਸ। ਥਰਮੋਪਲਾਸਟਿਕ ਮਟੀਰੀਅਲਸ ਦੇਖਦੇ ਹਾਂ, these can be softened again and again by repetitive heating। ਜਿੱਦਾਂ ਆਪਾਂ ਕੰਟੀਨਿਊਸ ਹੀਟਿੰਗ ਕਰਦੇ ਹਾਂ ਤਾਂ ਇਹ ਜਿਹੜੇ ਮਟੀਰੀਅਲਸ ਹੁੰਦੇ ਆ ਇਹ ਹੀਟਿੰਗ ਦੇ ਨਾਲ ਨਾਲ ਸੌਫਟ ਹੁੰਦੇ ਜਾਂਦੇ ਆ। ਕੈਨ ਬੀ ਰੀਸ਼ੇਪਡ ਮੈਨੀ ਟਾਈਮਸ, ਆਪਾਂ ਇਹਨਾਂ ਦਾ ਰੀਯੂਜ਼ ਕਰ ਸਕਦੇ ਹਾਂ। ਕਿਉਂਕਿ ਇਹਨਾਂ ਦੀ ਆਪਾਂ ਸ਼ੇਪਿੰਗ ਕਰ ਸਕਦੇ ਹਾਂ ਦੁਬਾਰਾ, ਰੀਸ਼ੇਪਡ ਮੈਨੀ ਟਾਈਮਸ। ਠੀਕ ਹੈ ਜੀ। ਬਿਕਮਸ ਹਾਰਡ ਔਨ ਕੂਲਿੰਗ, ਹੀਟਿੰਗ ਕਰਨ ਦੇ ਉੱਪਰ ਤਾਂ ਸੌਫਟ ਹੋਣਗੇ, ਪਰ ਜਦੋਂ ਆਪਾਂ ਕੂਲਿੰਗ ਕਰਦੇ ਹਾਂ ਦੇ ਬਿਕਮਸ ਹਾਰਡ, ਉਹ ਆਪਣੀ ਇੱਕ ਸ਼ੇਪ ਲੈ ਲੈਂਦੇ ਆ। ਔਰ ਇਹ ਜਿਹੜੇ ਥਰਮੋਪਲਾਸਟਿਕ ਮਟੀਰੀਅਲਸ ਹੈ ਇਹਨਾਂ ਨੂੰ ਆਪਾਂ ਕੋਲਡ ਸੈਟਿੰਗ ਮਟੀਰੀਅਲਸ ਵੀ ਕਹਿੰਦੇ ਆ। ਕਿਉਂਕਿ ਜਦੋਂ ਆਪਾਂ ਇਹਨਾਂ ਦੀ ਕੂਲਿੰਗ ਕਰਦੇ ਹਾਂ ਦੇ ਬਿਕਮਸ ਹਾਰਡ, ਸੋ ਥੀਸ ਆਰ ਦਾ ਕੋਲਡ ਸੈਟਿੰਗ ਮਟੀਰੀਅਲਸ। ਇਹਨਾਂ ਦੇ ਵਿੱਚ ਜੇ ਸਟਰਕਚਰ ਦੀ ਗੱਲ ਕਰੀਏ, ਥੀਸ ਆਰ ਹੈਵਿੰਗ ਦਾ ਲੀਨੀਅਰ ਸਟਰਕਚਰਸ, ਲੀਨੀਅਰ ਪੋਲੀਮਰਸ ਹੁੰਦੇ ਆ ਇਹਨਾਂ ਦੇ ਵਿੱਚ, ਮੀਨਸ ਇਨ ਦ ਸਟ੍ਰੇਟ ਲਾਈਨ, contains linear or long chain molecules which are not interconnected। long chain molecules है monomers तो polymers बनते हैं सानू पता है, और long chain molecules है linear polymers है जेड़ा कि आपस दे विच interconnected नहीं हैगे। और इन्हां दी रीशेपिंग क्यों हुंदी है, क्योंकि ये chemical changes ਨੂੰ undergo नहीं करते। ਜਦੋਂ ਆਪਾਂ ਹੀਟਿੰग ਕਰਦੇ हैं, these types of materials do not undergo the chemical changes when heated। ਇਹਨਾਂ ਦੇ ਵਿੱਚ ਕੋਈ ਕੈਮੀਕਲ ਚੇਂਜਸ ਨਹੀਂ ਆਉਂਦੀਆਂ ਜਦੋਂ ਆਪਾਂ ਹੀਟ ਕਰਦੇ ਹਾਂ, ਸੋ ਅਸੀਂ ਇਹਨਾਂ ਦੀ ਰੀਸ਼ੇਪਿੰਗ ਕਰ ਸਕਦੇ ਹਾਂ। एग्जाम्पल है जी PVC, नायलॉन, पॉलीइथिलीन आर द बेस्ट एग्जाम्पल्स ऑफ थर्मोप्लास्टिक मटीरियल्स। सो थर्मोप्लास्टिक ही हो गया वो मटीरियल दैट कैन बी सॉफन अगेन एंड अगेन बाय रेपिटेटिव हीटिंग, दैट कैन बी रीशेप्ड मैनी टाइम्स, एंड बिकॉज ऑफ दिस रीशेपिंग दिस मटीरियल कैन बी रीयूज्ड आल्सो। और इनू आपां कोल्ड सैटिंग मटीरियल्स कहने हैं। स्ट्रक्चर ਇਹਦੇ ਵਿੱਚ ਲੌਂਗ ਚੇਨ ਮੋਲੀਕਿਊਲਸ ਹੁੰਦੇ ਆ ਜਿਹੜੇ ਕਿ ਇੰਟਰਕਨੈਕਟਡ ਨਹੀਂ ਹੁੰਦੇ, ਔਰ ਲੀਨੀਅਰ ਮੋਲੀਕਿਊਲਸ ਹੁੰਦੇ ਆ, ਔਰ ਕੈਮੀਕਲ ਚੇਂਜਸ ਨਹੀਂ ਹੁੰਦੀਆਂ ਜਦੋਂ ਆਪਾਂ ਇਹਨੂੰ ਹੀਟ ਕਰਦੇ ਹਾਂ। ਇਸੇ ਕਰਕੇ ਅਸੀਂ ਇਹਦੀ ਰੀਸ਼ੇਪਿੰਗ ਕਰ ਸਕਦੇ ਹਾਂ। ਔਰ ਬੈਸਟ ਐਗਜ਼ਾਮਪਲਸ ਆਰ ਪੋਲੀਇਥਿਲੀਨ, PVC ਐਂਡ ਨਾਇਲਨ। ਥਰਮੋਸੈਟਿੰਗ ਪਲਾਸਟਿਕਸ ਹੈ ਨੈਕਸਟ। ਇਟ ਇਕਵਾਇਰਸ ਅ ਪਰਮਾਨੈਂਟ ਸ਼ੇਪ ਵੈਨ ਹੀਟਡ ਐਂਡ ਪ੍ਰੈਸਡ। ਜਦੋਂ ਆਪਾਂ ਇਹਨੂੰ ਹੀਟ ਕਰਦੇ ਹਾਂ ਇੱਕ ਰਿਜਿਡ ਸ਼ੇਪ, ਇੱਕ ਪਰਮਾਨੈਂਟ ਸ਼ੇਪ ਐਕਵਾਇਰ ਕਰ ਲੈਂਦੇ ਆ। they cannot be softened by reheating। ਤੇ ਜਦੋਂ ਅਸੀਂ ਇਹਨੂੰ ਦੁਬਾਰਾ ਹੀਟਿੰਗ ਕਰਨ ਤੋਂ ਬਾਅਦ ਰੀਹੀਟਿੰਗ ਕਰੀਏ ਉਹ ਦੁਬਾਰਾ ਸੌਫਟ ਨਹੀਂ ਹੁੰਦੇ, ਕਿਉਂਕਿ ਉਹ ਇੱਕ ਵਾਰੀ ਆਪਣੀ ਸ਼ੇਪ ਲੈ ਚੁੱਕੇ ਆ, ਪਰਮਾਨੈਂਟ ਸ਼ੇਪ ਐਕਵਾਇਰ ਹੋ ਜਾਂਦੀ ਹੈ ਇਹਨਾਂ ਦੇ ਵਿੱਚ। ਸੋ ਇਸ ਕਰਕੇ ਇਹਨੂੰ ਆਪਾਂ ਕਹਿੰਦੇ ਆ ਹੀਟ ਸੈਟਿੰਗ ਪਲਾਸਟਿਕਸ। ਮੀਨਸ ਜਦੋਂ ਤੁਸੀਂ ਇੱਕ ਵਾਰੀ ਇਹਨੂੰ ਹੀਟ ਅਪ ਕੀਤਾ ਤਾਂ ਇਹਨੇ ਆਪਣੀ ਸ਼ੇਪ ਲੈ ਲਈ, ਪਰਮਾਨੈਂਟ ਸ਼ੇਪ ਲੈ ਲਈ, ਇਸ ਕਰਕੇ ਅਸੀਂ ਇਹਨੂੰ ਕਹਿੰਦੇ ਆ ਹੀਟ ਸੈਟਿੰਗ ਪਲਾਸਟਿਕਸ। ਥਰਮੋਪਲਾਸਟਿਕ ਮਟੀਰੀਅਲਸ ਦੇ ਵਿੱਚ ਕੀ ਸੀਗਾ, ਇੱਕ ਲੀਨੀਅਰ ਪੋਲੀਮਰ ਸਟਰਕਚਰ ਸੀਗਾ। ਇਹਦੇ ਵਿੱਚ 3 ਡਾਇਮੈਂਸ਼ਨਲ ਨੈਟਵਰਕ ਆਫ ਮੋਲੀਕਿਊਲਸ ਹੈ। ਮੋਲੀਕੂਲਰ ਚੇਨਸ ਹੁੰਦੀਆਂ ਇਹਦੇ ਵਿੱਚ ਜਿਹੜੀਆਂ ਕਿ ਆਪਸ ਦੇ ਵਿੱਚ ਹੀ ਇੰਟਰਲਿੰਕ ਨਹੀਂ ਹੁੰਦੀਆਂ, ਪਰ ਉਹਨਾਂ ਆਲਸੋ ਬੌਂਡਡ ਟੂਗੈਦਰ ਬਾय ਦਾ ਕੋਵੈਲੈਂਟ ਬੌਂਡਸ। ਇਹਨਾਂ ਦੇ ਵਿੱਚ ਲੀਨੀਅਰ ਸਟਰਕਚਰ ਨਹੀਂ ਹੈ, ਇਹਨਾਂ ਦੇ ਵਿੱਚ 3D ਸਟਰਕਚਰ ਨੈਟਵਰਕ ਆਫ ਮੋਲੀਕਿਊਲਸ ਹੁੰਦਾ ਜਿਹੜਾ ਕਿ ਇੰਟਰਲਿੰਕ ਤਾਂ ਹੁੰਦਾ ਆਪਸ ਦੇ ਵਿੱਚ, ਪਰ ਉਹਨਾਂ ਦੇ ਵਿੱਚ ਕੋਵੈਲੈਂਟ ਬੌਂਡ ਜਿਹੜੇ ਹੁੰਦੇ ਆ ਉਹ ਵੀ ਬਹੁਤ ਜ਼ਿਆਦਾ ਸਟਰੋਂਗ ਹੁੰਦੇ ਆ। ਔਰ ਇਹਨਾਂ ਦੇ ਵਿੱਚ ਜਦੋਂ ਅਸੀਂ ਹੀਟ ਅਪ ਕਰਦੇ ਹਾਂ ਕੈਮੀਕਲ ਚੇਂਜਸ ਹੁੰਦੀਆਂ, undergoes chemical changes to form the final and rigid shape। ਜਦੋਂ ਇਹਦੇ ਵਿੱਚ ਕੈਮੀਕਲ ਚੇਂਜਸ ਹੋ ਜਾਂਦੀਆਂ ਇੱਕ ਪਰਮਾਨੈਂਟ ਸ਼ੇਪ ਬਣ ਜਾਂਦੀ ਹੈ, ਇਸ ਕਰਕੇ ਅਸੀਂ ਇਹਨੂੰ ਦੁਬਾਰਾ ਰੀਸ਼ੇਪ ਨਹੀਂ ਕਰ ਸਕਦੇ। ਸੋ ਰੀਹੀਟਿੰਗ ਦੇ ਉੱਪਰ ਸੌਫਨ ਨਹੀਂ ਹੋਣਗੇ ਦੁਬਾਰਾ,
और ਅਸੀਂ ਦੁਬਾਰਾ ਇਹਦੀ ਰੀਸ਼ੇਪਿੰਗ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਨਾਂ ਦੇ ਵਿੱਚ ਕੈਮੀਕਲ ਚੇਂजेस ਪੋਸੀਬਲ ਹੋ ਜਾਂਦੀਆਂ ਜਦੋਂ ਅਸੀਂ ਇਹਨੂੰ ਹੀਟਿੰਗ ਕਰਦੇ ਹਾਂ। ਸੋ ਥੀਸ ਕੈਨੋਟ ਬੀ ਰੀਯੂਜ਼ਡ। ਇਹਦੀਆਂ ਬੈਸਟ ਐਗਜ਼ਾਮਪਲਸ ਹੈ ਜੀ ਫਿਨੋਲ ਫਾਰਮੈਲਡੀਹਾਈਡ, ਯੂਰੀਆ ਫਾਰਮੈਲਡੀਹਾਈਡ ਐਂਡ ਮੈਲਾਮਾਈਨਸ। ਸੋ ਕੰਪੈਰੀਜ਼ਨ ਥਰਮੋਪਲਾਸਟਿਕਸ ਔਰ ਥਰਮੋਸੈਟਿੰਗ ਪਲਾਸਟਿਕਸ ਦਾ। ਥਰਮੋਪਲਾਸਟਿਕਸ ਜਿੱਦਾਂ ਆਪਾਂ ਕਿਹਾ ਦੇ ਸੌਫਨਸ ਔਨ ਹੀਟਿੰਗ, ਸੌਫਟ ਹੁੰਦੇ ਜਾਂਦੇ ਆ ਜਿੱਦਾਂ ਜਿੱਦਾਂ ਆਪਾਂ ਇਹਨੂੰ ਹੀਟਅਪ ਕਰਦੇ ਹਾਂ। ਪਰ ਇਹਨੂੰ ਜਦੋਂ ਅਸੀਂ ਹੀਟ ਕਰਾਂਗੇ ਥਰਮੋਸੈਟਿੰਗ ਪਲਾਸਟਿਕਸ ਨੂੰ, ਇਹ ਕੀ ਹੈ ਇੱਕ ਵਾਰੀ ਆਪਣੀ ਪਰਮਾਨੈਂਟ ਸ਼ੇਪ ਲੈ ਲੈਂਦੇ ਆ ਔਰ ਫਰਦਰ ਰੀਹੀਟਿੰਗ ਦੇ ਉੱਪਰ ਦੁਬਾਰਾ ਸੌਫਟ ਨਹੀਂ ਹੋਣਗੇ। ਥਰਮੋਪਲਾਸਟਿਕਸ ਦੇ ਵਿੱਚ ਲੀਨੀਅਰ ਚੇਨਸ ਹੈ, ਲੀਨੀਅਰ ਪੋਲੀਮਰਸ ਹੁੰਦੇ ਆ, ਔਰ ਥਰਮੋਸੈਟਿੰਗ ਪਲਾਸਟਿਕਸ ਦੇ ਵਿੱਚ 3 ਡਾਇਮੈਂਸ਼ਨਲ ਸਟਰਕਚਰ ਹੁੰਦਾ ਮੋਲੀਕਿਊਲਸ ਦਾ। Thermoplastics do not undergo the chemical changes, ਇਸੇ ਕਰਕੇ these can be reshaped and reused। ਪਰ ਇਹਨਾਂ ਦੇ ਵਿੱਚ ਥਰਮੋਸੈਟਿੰਗ ਪਲਾਸਟਿਕਸ ਦੇ ਵਿੱਚ ਕੈਮੀਕਲ ਚੇਂजेस ਹੁੰਦੀਆਂ, ਇਸ ਕਰਕੇ these cannot be reshaped। ਜਦੋਂ ਕੈਮੀਕਲ ਚੇਂजेस ਪੋਸੀਬਲ ਹੁੰਦੀਆਂ ਤਾਂ ਉਹਦੇ ਵਿੱਚ ਜਿਹੜੀ ਇੱਕ ਵਾਰੀ ਸ਼ੇਪ ਬਣ ਗਈ ਉਹੀ ਸ਼ੇਪ ਰਹਿੰਦੀ ਹੈ ਪਰਮਾਨੈਂਟ ਸ਼ੇਪ, ਇਸ ਕਰਕੇ ਆਪਾਂ ਇਹਨੂੰ ਰੀਯੂਜ਼ ਜਾਂ ਰੀਸ਼ੇਪਿੰਗ ਆਪਾਂ ਇਸ ਮਟੀਰੀਅਲ ਦੀ ਨਹੀਂ ਕਰ ਸਕਦੇ। these are the cold setting materials, ठीक है, and these are the heat setting plastics। So this was the comparison of thermoplastics and thermosetting plastics। ਹੁਣ thermoplastics ਦੇ ਵਿੱਚ ਜਿੱਦਾਂ ਤੁਸੀਂ electrical insulations ਦੇਖਦੇ ਹੋ ਕੇਬਲ ਵਾਇਰਸ ਦੀਆਂ, ਉਹ ਸਾਰੀਆਂ thermoplastic materials ਹੈ। ਟॉयਜ਼ ਬਣਦੇ ਹੈ ਬੱਚਿਆਂ ਦੇ, ਉਹ ਵੀ ਸਾਰੇ thermoplastics ਹੈ। thermosetting plastics ਦੇ ਵਿੱਚ ਜਿੱਦਾਂ ਟੀਵੀ ਦੀ ਕੈਬਿਨਟ ਹੋ ਗਈ, कैमरे की बॉडी हो गई, पैनल्स हो गए इलैक्ट्रिकल पैनल्स, या जो रेडियो होंगे रेडियो की बॉडी हो गई। सो ये सारे की है थर्मोसैटिंग प्लास्टिक्स। ये एक बारी जो परमानेंट शेप आप देती वो परमानेंट शेप ही रही है, दोबारा जो आप हीट करते हैं उन्होंने उपर कोई इफेक्ट नहीं होता क्योंकि कैमिकल चेंजेस आर देयर। सो परमानेंट शेप इज ऑब्टेन, सो नो इफेक्ट ऑन रीहीटिंग। इस करके आप इन्होंने स्ट्रक्चर की आप रीशेपिंग या रीयूज आप इन्हों नहीं कर सकते। This is the thermoplastic versus thermoset। thermoplastic materials ਦੇ ਵਿੱਚ ਕੀ ਹੈ linear molecules है, these are the linear molecules, monomers है, ਇਹਨਾਂ ਦੇ ਵਿੱਚ linear polymer structure है, these are the linear polymers, ठीक है जी। और thermosetting ਦੇ ਵਿੱਚ ਕੀ ਹੈ interlinked है, आपस ਦੇ ਵਿੱਚ ਸਾਰੇ monomers linear structure ਤਾਂ ਹੈ ਪਰ ਆਪਸ ਦੇ ਵਿੱਚ ਕੀ ਹੈ interlinked ਵੀ ਹੈਗੇ ਆ। ਸੋ ਇਹਨਾਂ ਦੇ ਵਿੱਚ ਜਿਹੜੀ covalent bonding ਹੈ ਉਹ ਜ਼ਿਆਦਾ strong ਹੈ as compared to these thermoplastics। ਜਦੋਂ ਹੀਟਅਪ ਕਰਦੇ ਆ ਥਰਮੋਸੈਟਿੰਗ ਨੂੰ ਸੌਫਨ ਹੋ ਜਾਂਦਾ, ਸੌਫਨ ਹੋਣ ਤੋਂ ਬਾਅਦ ਕੂਲ ਡਾਊਨ ਹੋ ਕੇ ਪਰਮਾਨੈਂਟਲੀ ਆਪਣੀ ਇੱਕ ਸ਼ੇਪ ਲੈ ਲੈਂਦਾ, ਠੀਕ ਹੈ। ਤੇ ਇਹਨੂੰ ਆਪਾਂ ਕਹਿੰਦੇ ਆ ਥਰਮੋਸੈਟਿੰਗ ਪਲਾਸਟਿਕਸ। ਹੀਟ ਕਰਨ ਦੇ ਉੱਪਰ ਥਰਮੋਪਲਾਸਟਿਕ ਸੌਫਟ ਹੋ ਜਾਂਦਾ, ਪਰ ਥਰਮੋਪਲਾਸਟਿਕ ਦੇ ਵਿੱਚ ਜਦੋਂ ਤੁਸੀਂ ਰੀਹੀਟ ਕਰਦੇ ਹੋ ਤਾਂ ਮਟੀਰੀਅਲ ਦੁਬਾਰਾ ਸੌਫਟ ਹੁੰਦਾ ਰਹਿੰਦਾ, ਤੁਸੀਂ ਉਹਨੂੰ ਹੋਰ ਸ਼ੇਪ ਦੇ ਸਕਦੇ ਹੋ। ਪਰ ਥਰਮੋਸੈਟਿੰਗ ਦੇ ਵਿੱਚ ਇੱਕ ਵਾਰੀ ਹੀਟਅਪ ਕਰਨ ਤੋਂ ਬਾਅਦ ਸੌਫਟ ਹੋਏਗਾ ਮਟੀਰੀਅਲ, ਫਿਰ ਕੂਲ ਡਾਊਨ ਹੋਣ ਤੋਂ ਬਾਅਦ ਪਰਮਾਨੈਂਟਲੀ ਆਪਣੀ ਇੱਕ ਸ਼ੇਪ ਲੈ ਲੇਗਾ। So that is the thermosetting plastics। Examples thermoplastic materials दियाँ polyethylene है, polythene है, जिहदे नाल buckets बनदियाँ, toys बनते हैं, bottles बनदियाँ, और भी काफ़ी सारे मशीन के parts बनते हैं। polystyrene है जिहड़े कि insulation दे विच जिद्दां आपां कहा कि electrical insulation inside of helmet दे विच use हुंदे है, जां egg boxes दी जिहड़ियां trays हुंदियां polystyrene material दियां हुंदियां। nylon use कर सकते हो मशीन दे वास्ते, बेयरिंग्स ऑफ मशीन, क्लोथिंग दे वास्ते नायलन यूज होंदा, कारपेट्स नूं बनाउण वास्ते नायलन मटीरियल यूज दे विच आंदा। और थर्मोसैटिंग प्लास्टिक्स की एग्जांपल यूरिया फॉर्मैल्डिहाइड, जिहदे विच तुसीं बॉटल कैप्स बनाते हो, डोर नॉब्स होंदियां वो यूरिया फॉर्मैल्डिहाइड रेजिन तो बनदियां। पॉलीएस्टर रेजिन जिहदे विच तुसीं कार दीयां बॉडीज़, इलैक्ट्रिकल दे पार्ट्स, ऑटोमोबाइल दे काफ़ी सारे पार्ट्स तुसीं बना लैंदे हो पॉलीएस्टर रेजिन दे नाल। दैन इज़ योर इपॉक्सी रेजिन जिहदे विच तुसीं एडेसिव्स, ड्रम टूल्स वगैरह बना लैंदे हो थर्मोसैटिक प्लास्टिक्स दे नाल। सो अलग अलग प्लास्टिक का अलग अलग रोल है। कुछ प्लास्टिक्स इदां दे हैगे है जिन्हां नूं कि दोबारा तुसीं रीशेप नहीं कर सकते, कुछ प्लास्टिक्स इदां दे जिन्हां दी तुसीं दोबारा रीशेपिंग की जा सकती है। सो दीज वर द प्लास्टिक्स विच कैनॉट बी रीशेप, क्योंकि एक बार हीटिंग होने के बाद इन्हां दे विच की होएगा परमानेंट शेप एक्वायर हो जाती है, तो इन्हां दा की है आप रीशेपिंग नहीं कर सकते, रीयूज नहीं कर सकते। पर थर्मोप्लास्टिक्स दे विच रीहीटिंग करन ते मटीरियल दोबारा सॉफ्ट होंदा जांदा और उहदी तुसीं दोबारा रीशेपिंग की जा सकती है। सो दीज वर सम ऑफ द एग्जांपल्स ऑफ thermoplastics and thermosetting plastics। Hope you have understood, and in the next lecture we will be covering some other part of plastic materials।
Thank you, students.